जी का खालसा वाहिगुरू जी की फतेह। ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਤੇ ਸਿੱਖ ਅਵੇਅਰਨੈਸ ਸੁਸਾਇਟੀ ਵੱਲੋਂ ਅੱਜ ਜੁਆਇੰਟਲੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਇੱਕ ਬੜੇ ਹੀ ਜ਼ਰੂਰੀ ਮਸਲੇ ਦੇ ਉੱਤੇ ਜਿਹੜਾ ਤੁਹਾਨੂੰ ਸਾਰੇ ਵੀਰਾਂ ਨੂੰ ਇੱਥੇ ਇਕੱਤਰ ਕਰਕੇ ਤੇ ਦਿੱਲੀ ਦੀ ਆਵਾਮ ਤੱਕ ਤੇ ਖਾਸ ਕਰਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਤੱਕ ਇੱਕ ਮੈਸੇਜ ਦੇਣਾ ਬਹੁਤ ਜ਼ਰੂਰੀ ਸੀਗਾ। ਇਸ ਕਰਕੇ ਜਿਹੜੀ ਪ੍ਰੈਸ ਕਾਨਫਰੰਸ ਅੱਜ ਦੀ ਜਿਹੜੀ ਬੁਲਾਈ ਗਈ ਹੈ। ਤੁਹਾਨੂੰ ਸਾਰਿਆਂ ਨੂੰ ਗਿਆਤ ਹੋਏਗਾ ਕਿ 4 ਤਰੀਕ ਨੂੰ ਜਿਹੜੀਆਂ MCD ਦੀਆਂ ਇਲੈਕਸ਼ਨਸ ਜਿਹੜੀਆਂ ਆਉਣ ਵਾਲੀਆਂ ਦਿੱਲੀ ਦੇ ਵਿੱਚ, ਬੜੇ ਦੁੱਖ ਦੀ ਗੱਲ ਹੈ ਔਰ ਬੜੇ ਸ਼ਰਮ ਦੀ ਗੱਲ ਹੈ ਕਿ ਉਹਦੇ ਵਿੱਚ ਜਿਸ ਢੰਗ ਨਾਲ ਸਿੱਖਾਂ ਨੂੰ ਨੁਮਾਇੰਦਗੀ ਸਾਰੀਆਂ ਪਾਰਟੀਆਂ ਵੱਲੋਂ, ਮੈਂ BJP, ਆਮ ਆਦਮੀ ਪਾਰਟੀ ਤੇ ਕਾਂਗਰਸ ਤਿੰਨਾਂ ਦੇ ਨੁਮਾਇੰਦਿਆਂ ਨੂੰ ਡਾਇਰੈਕਟਲੀ ਤੁਹਾਡੇ ਸਾਰਿਆਂ ਦੇ ਰਾਹੀਂ ਮਾਧਿਅਮ ਦੇ ਰਾਹੀਂ ਮੈਂ ਸੰਬੋਧਨ ਹੋ ਰਹੇ ਹਾਂ ਅਸੀਂ ਕਿ ਇਹਨਾਂ ਤਿੰਨਾਂ ਪਾਰਟੀਆਂ ਨੇ ਕਿਸੇ ਨੇ 7 ਸੀਟਾਂ ਦਿੱਤੀਆਂ, ਕਿਸੇ ਨੇ 6 ਤੇ ਕਿਸੇ ਨੇ 5। ਦੁੱਖ ਦੀ ਗੱਲ ਇਹ ਹੈ ਕਿ ਜਦੋਂ ਕਰੋਨਾ ਕਾਲ ਦੇ ਵਿੱਚ ਵਿਪਤਾ ਪੈਂਦੀ ਹੈ ਦਿੱਲੀ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ, ਤੇ ਸਿੱਖ ਸਭ ਤੋਂ ਵੱਡੀ ਤਾਦਾਦ ਵਿੱਚ ਆਪਣੀਆਂ ਜਾਨਾਂ ਦੀ ਪਰਵਾਹ ਕਰਨ ਤੋਂ ਬਿਨਾਂ ਜਿਹੜਾ ਉਹ ਸੇਵਾ ਕਾਰਜਾਂ ਲਈ ਅੱਗੇ ਆਉਂਦੇ ਨੇ। ਜਿੱਥੇ ਲੰਗਰ ਪ੍ਰਸ਼ਾਦੇ ਦਾ ਲੱਗਦਾ ਉੱਥੇ ਨਾਲ ਦੀ ਨਾਲ ਜਿਹੜਾ ਉਹ ਆਕਸੀਜਨ ਸਿਲੰਡਰਾਂ ਤੱਕ ਦੇ ਜਿਹੜੇ ਲੰਗਰ ਲਾਏ ਜਾਂਦੇ ਨੇ। ਪੂਰੀ ਦੁਨੀਆ ਦੇ ਵਿੱਚ, ਇੰਟਰਨੈਸ਼ਨਲ ਮੀਡੀਆ ਦੇ ਵਿੱਚ, ਗਲੋਬਲੀ ਇਸ ਗੱਲ ਨੂੰ ਐਪਰੀਸ਼ੀਏਟ ਕੀਤਾ ਜਾਂਦਾ ਹੈ ਕਿ ਸਿੱਖਾਂ ਵੱਲੋਂ ਬੜੀ ਵੱਡੀ ਪੱਧਰ ਦੇ ਉੱਤੇ ਪੈਂਡੈਮਿਕ ਦੇ ਵਿੱਚ ਜਿਹੜੀ ਹੈ ਉਹ ਸਿੱਖਾਂ ਵੱਲੋਂ ਸੇਵਾ ਕੀਤੀ ਗਈ ਹੈ। ਪਰ ਜਦੋਂ ਸਿੱਖਾਂ ਨੂੰ ਨੁਮਾਇੰਦਗੀ ਦੇਣ ਦੀ ਗੱਲ ਆਉਂਦੀ ਹੈ, ਸਿੱਖਾਂ ਨੂੰ ਰਾਜ ਵਿੱਚ ਹਿੱਸਾ ਦੇਣ ਦੀ ਗੱਲ ਆਉਂਦੀ ਹੈ, ਤੇ ਸਾਡੇ ਨਾਲ ਇੰਨੀ ਬੇਗਾਨਗੀ ਕਿਉਂ ਕੀਤੀ ਜਾਂਦੀ ਹੈ? ਸਾਰੀਆਂ ਪਾਰਟੀਆਂ ਆਪਣਾ ਜਿਹੜਾ ਸਿੱਖ ਵਿਰੋਧੀ ਚਿਹਰਾ ਉਹਨਾਂ ਦਾ ਬੁਰੀ ਤਰ੍ਹਾਂ ਨੰਗਾ ਹੋਇਆ ਇਸ ਗੱਲ ਦੇ ਉੱਤੇ ਕਿ ਜਦੋਂ ਉਹਨਾਂ ਨੇ 4-4, 5-5 ਸੀਟਾਂ ਜਿਹੜੀਆਂ ਉਹ ਸਿੱਖ ਨੁਮਾਇੰਦਿਆਂ ਨੂੰ ਦਿੱਤੀਆਂ ਨੇ, ਉਹ ਵੀ ਮੇਰੇ ਖਿਆਲ ਨਾਲ ਹਾਲਾਤ ਇਹੋ ਜਿਹੇ ਬਣਨੇ ਆ, ਬਹੁਤੀ ਵਾਰੀ ਇੱਕ ਦੂਜੇ ਦੇ ਖਿਲਾਫ ਹੀ ਹੋਣਗੇ ਤੇ ਸ਼ਾਇਦ 250 MCD ਦੇ ਮੈਂਬਰਾਂ ਵਿੱਚੋਂ 2-3 ਹੀ ਹੋਣਗੇ ਜਿਹੜੇ ਸਿੱਖਾਂ ਦੀ ਨੁਮਾਇੰਦਗੀ ਕਰਨਗੇ। ਇਤਿਹਾਸ ਇਹ ਗੱਲ ਕਹਿੰਦਾ ਕਿ ਦਿੱਲੀ ਤੋਂ ਲੰਬੇ ਸਮੇਂ ਤੋਂ 9 ਤੱਕ ਵੀ MLAs ਜਿਹੜੇ ਨੇ ਉਹ ਸਿੱਖ ਨੁਮਾਇੰਦੇ ਜਿਹੜੇ ਉਹ ਵਿਧਾਨ ਸਭਾ ਦੇ ਵਿੱਚ ਰਹੇ ਨੇ। ਹੌਲੀ ਹੌਲੀ ਘਟਦਾ ਇਹ ਜਿਹੜਾ ਅੰਕੜਾ ਹੈ ਉਹ 1-2 ਤੱਕ ਰਹਿ ਗਿਆ। ਤੇ ਇਹ ਸਾਨੂੰ ਸੋਚਣਾ ਪੈਣਾ। ਜਿੱਥੇ ਅਸੀਂ ਰਾਜਨੀਤਿਕ ਪਾਰਟੀਆਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਭਾਈ ਇਹ ਦਿੱਲੀ ਹੈ, ਇਹ ਦਿੱਲੀ ਬਘੇਲ ਸਿੰਘ ਨੂੰ ਨਹੀਂ ਭੁੱਲ ਸਕਦੀ ਤੇ ਸਿੱਖ ਕਦੀ ਬਘੇਲ ਸਿੰਘ ਨੂੰ ਨਹੀਂ ਭੁੱਲ ਸਕਦੇ। ਸਾਡਾ ਇੱਥੇ ਇੱਕ ਵੱਡਾ ਨਾਤਾ ਹੈ ਔਰ 80% ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਸਿੱਖਾਂ ਨੇ। ਕੀ ਇਤਿਹਾਸ ਤੋਂ ਮੁਨਕਰ ਹੋ ਸਕਦੀ ਹੈ ਇੱਥੋਂ ਦੀ ਲੁਕਾਈ, ਇੱਥੋਂ ਦੀਆਂ ਸਰਕਾਰਾਂ, ਇੱਥੋਂ ਦੀਆਂ ਪੋਲੀਟੀਕਲ ਪਾਰਟੀਜ਼ ਕਿ ਸਿੱਖਾਂ ਨੇ ਹਮੇਸ਼ਾ ਦੇਸ਼ ਲਈ ਆਪਣੀ ਕੰਟਰੀਬਿਊਸ਼ਨ ਦਿੱਤੀ ਹੈ ਤੇ ਇਸ ਦੇਸ਼ ਨੇ ਹਮੇਸ਼ਾ ਸਿੱਖਾਂ ਦੇ ਨਾਲ ਬੇਇਨਸਾਫੀ ਕੀਤੀ ਹੈ। ਅਜੇ ਸਾਡੇ ਬੰਦੀ ਸਿੰਘ ਜਿਹੜੇ 30 ਸਾਲ ਤੋਂ ਜੇਲ੍ਹਾਂ ਕੱਟ ਰਹੇ ਸੀ, ਉਹਨਾਂ ਦਾ ਮਸਲਾ ਕੰਟੀਨਿਊਸਲੀ ਸਰਕਾਰਾਂ ਦਾ ਕੁੰਡਾ ਖੜਕਾਉਣ ਦੇ ਬਾਵਜੂਦ ਵੀ ਹੱਲ ਨਹੀਂ ਹੋਇਆ। ਸਾਰੀਆਂ ਸਿੱਖ ਧਿਰਾਂ ਇਨਕਲੂਡਿੰਗ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਬਾਰ-ਬਾਰ ਸਰਕਾਰ ਨੂੰ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਅਪੀਲ ਕਰ ਰਹੇ ਨੇ ਔਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਲਈ ਸਰਕਾਰ ਨੇ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ। ਇਹ ਲਗਾਤਾਰ ਧੱਕਾ ਉਸ ਦੇਸ਼ ਦੀ ਕੈਪੀਟਲ ਦੇ ਵਿੱਚ ਹੋ ਰਿਹਾ ਜਿਹੜਾ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਹਿੰਦਾ। ਪੂਰੀ ਦੁਨੀਆ ਦੇ ਵਿੱਚ ਅੱਜ ਇਹ ਹਰ ਇੱਕ ਸਿੱਖ ਹਿਰਦਾ ਜਿਹੜਾ ਉਹ ਚਿੰਤਾ ਵਿੱਚ ਹੋਏਗਾ ਕਿ ਦੇਸ਼ ਦੀ ਰਾਜਧਾਨੀ ਦੇ ਵਿੱਚ ਹੀ ਰਾਜਨੀਤੀ ਦੇ ਵਿੱਚ ਸਿੱਖਾਂ ਦੀ ਜਿਹੜੀ ਨੁਮਾਇੰਦਗੀ ਹੈ ਉਹ ਲਗਾਤਾਰ ਜੇ ਘਟਦੀ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਹਾਲ ਕੀ ਹੋਏਗਾ। ਸੋ ਅਸੀਂ ਇੱਕ ਬਹੁਤ ਵੱਡੀ ਚਿੰਤਾ ਜ਼ਾਹਿਰ ਕਰਦਿਆਂ ਹੋਇਆਂ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਇੱਕ ਜਿਹੜੀ ਕੰਪੇਨ ਚਲਾਉਣੀ ਸ਼ੁਰੂ ਕਰਨੀ ਚਾਹੁੰਦੇ ਆ, ਜਿਹਦੇ ਵਿੱਚ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜਿਹੜੇ 11 ਲੱਖ ਦੇ ਕਰੀਬ ਸਿੱਖ ਆਵਾਮ ਹੈ ਦਿੱਲੀ ਦੀ, ਉਹ ਇਸ ਵਾਰੀ ਸਰਕਾਰਾਂ ਨੂੰ ਜਿੰਨੀਆਂ ਪੋਲੀਟੀਕਲ, ਚਾਹੇ ਉਹ BJP ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਉਹਨਾਂ ਸਾਰਿਆਂ ਨੂੰ ਸਬਕ ਸਿਖਾਉਣ ਵਾਸਤੇ ਇਸ ਵਾਰੀ ਨੋਟਾਂ ਦਾ ਜਿਹੜਾ ਬਟਨ ਹੈ ਉਹਨੂੰ ਪ੍ਰੈਸ ਕਰੇ। ਇਹਦੀ ਕੰਪੇਨ 4 ਤਰੀਕ ਤੱਕ ਹੀ ਚਲਾਈ ਜਾਵੇਗੀ ਔਰ ਲੋਕਾਂ ਦੇ ਹਰ ਘਰ ਤੱਕ ਅਪਰੋਚ ਕੀਤੀ ਜਾਏਗੀ। ਸਿੱਖਾਂ ਦੇ ਹਰ ਇੱਕ ਸਿੱਖ ਤੱਕ, ਦਿੱਲੀ ਦੇ ਤੱਕ ਅਪਰੋਚ ਕੀਤੀ ਜਾਏਗੀ ਕਿ ਜੇ ਇਹ ਪੋਲੀਟੀਕਲ ਪਾਰਟੀਆਂ ਸਾਡੀ ਵੈਲਿਊ ਨੂੰ ਇਗਨੋਰ ਕਰਦੀਆਂ, ਸਿੱਖ ਇਤਿਹਾਸ ਨੂੰ ਇਗਨੋਰ ਕਰਦੀਆਂ, ਸਿੱਖਾਂ ਦੀ ਹੋਂਦ ਨੂੰ ਜਿਹੜਾ ਉਹ ਹੋਂਦ ਤੋਂ ਮੁਨਕਰ ਹੁੰਦੀਆਂ ਨੇ, ਤੇ ਸਾਨੂੰ ਆਪਣੀ ਹੋਂਦ ਦਰਜ ਕਰਨ ਵਾਸਤੇ ਸਾਡੇ ਅੰਦਰ ਜਿਹੜਾ ਬਾਬੇ ਬਘੇਲ ਸਿੰਘ ਦਾ ਲਹੂ ਹੈ ਉਹਨੂੰ ਚੇਤੇ ਕਰਕੇ ਔਰ ਦਿੱਲੀ ਦੇ ਲੋਕਾਂ ਨੂੰ ਇਹ ਮੋਰੀ ਗੇਟ ਦਾ ਇਤਿਹਾਸ, ਚਾਹੇ ਉਹ ਮਠਿਆਈ ਪੁਲ ਦਾ ਇਤਿਹਾਸ ਹੈ ਜਾਂ ਸਿੰਘਾਂ ਦੇ ਦਿੱਲੀ ਫਤਿਹ ਕਰਨ ਦਾ ਇਤਿਹਾਸ ਹੈ, ਦਿੱਲੀ ਦੇ ਰਾਜ ਕਰਨ ਦਾ ਇਤਿਹਾਸ ਹੈ, ਉਹ ਦ੍ਰਿੜ ਕਰਾਉਣਾ ਪੈਣਾ ਤਾਂ ਕਿ ਉਹ ਨੋਟਾਂ ਦਾ ਬਟਨ ਪ੍ਰੈਸ ਕਰਕੇ ਇਸ ਵਾਰੀ
ਇੱਥੋਂ ਦੀਆਂ ਪੋਲੀਟੀਕਲ ਪਾਰਟੀਜ਼ ਨੂੰ ਇਹ ਸੁਨੇਹਾ ਦੇਣ ਕਿ ਭਾਈ ਇੱਦਾਂ ਨਹੀਂ ਚੱਲ ਸਕਦਾ, ਤੁਹਾਨੂੰ ਸਿੱਖਾਂ ਨੂੰ ਬਣਦੀ ਨੁਮਾਇੰਦਗੀ ਦੇਣੀ ਹੀ ਪੈਣੀ ਹੈ। 250 ਦੇ ਕਰੀਬ ਜਿਹੜੇ ਨੇ ਉਹ ਮੈਂਬਰ ਨੇ ਤੇ ਘੱਟੋ ਘੱਟ 10% 25 ਸੀਟਾਂ ਤਾਂ ਹਰ ਇੱਕ ਪਾਰਟੀ ਸਿੱਖਾਂ ਨੂੰ ਦੇਵੇ, ਕਮ ਮਿਨੀਮਮ, ਜੇ ਜ਼ਿਆਦਾ ਨਹੀਂ ਦੇ ਸਕਦੇ। ਸੋ ਇੱਥੇ ਅਸੀਂ ਜਿਹੜੇ ਦਿੱਲੀ ਦੇ ਸਿੱਖ ਲੀਡਰ ਕੇਵਲ ਗੋਲਕਾਂ ਦੀ ਰਾਜਨੀਤੀ ਤੱਕ ਸੀਮਤ ਨੇ, ਅਸੀਂ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਜੇ ਦਿੱਲੀ ਦੇ ਵਿੱਚ ਹੌਲੀ ਹੌਲੀ MCD ਦੀ ਇਲੈਕਸ਼ਨ ਦੇ ਵਿੱਚ ਜਿਹੜੀ ਸਭ ਤੋਂ ਛੋਟੀ ਇਕਾਈ ਹੈ ਰਾਜਨੀਤੀ ਦੀ, ਉਹਦੇ ਵਿੱਚ ਸਿੱਖਾਂ ਦੇ ਇਹ ਹਾਲਾਤ ਬਣਨਗੇ ਤਾਂ ਤੁਸੀਂ ਸੋਚੋ ਤੁਸੀਂ ਅੱਗੇ ਜਾ ਕੇ ਆਪਣਾ ਵਜੂਦ ਕਿਵੇਂ ਬਚਾ ਸਕੋਗੇ। ਸੋ ਇਸ ਕਰਕੇ ਅਸੀਂ ਅੱਜ ਦੀ ਤੁਹਾਡੇ ਸਾਰਿਆਂ ਦੇ ਮਾਧਿਅਮ ਦੇ ਰਾਹੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਦਿੱਲੀ ਦੀ ਸਿੱਖ ਸੰਗਤ ਨੂੰ ਖਾਸ ਕਰਕੇ ਕਿ ਭਾਈ ਤੁਸੀਂ ਇਸ ਵਾਰੀ ਆਪਣੀ ਹੋਂਦ ਦਰਜ ਕਰਨ ਲਈ, ਆਪਣਾ ਜਿਹੜਾ ਉਹ ਰੋਸ਼ ਜ਼ਾਹਿਰ ਕਰਨ ਵਾਸਤੇ ਇਸ ਵਾਰੀ ਨੋਟਾ ਦਾ ਬਟਨ ਬਹੁਤ ਵੱਡੀ ਪੱਧਰ ਦੇ ਉੱਤੇ ਪ੍ਰੈਸ ਕਰੋ। ਇਹਨੂੰ ਜ਼ਿੰਮੇਵਾਰੀ ਸਮਝੋ, ਇਹ ਸਾਡੀ ਕੌਮੀਅਤ ਦਾ ਵਿਸ਼ਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਸਾਜੀ ਹੋਈ ਖਾਲਸਾ ਪੰਥ ਹੈ, ਉਹਦੀ ਪੱਗ ਦਾ ਮਸਲਾ ਹੈ ਤੇ ਆਪਣੀ ਹੋਂਦ ਦਰਜ ਕਰਨ ਵਾਸਤੇ ਇਸ ਵਾਰੀ ਨੋਟਾ ਦਾ ਬਟਨ ਪ੍ਰੈਸ ਕਰਕੇ ਤੇ ਦਿੱਲੀ ਦੇ ਵਿੱਚ ਜਿੰਨੀਆਂ ਨੈਸ਼ਨਲ ਪੋਲੀਟੀਕਲ ਪਾਰਟੀਜ਼ ਸਿੱਖਾਂ ਨੂੰ ਹਾਸੀਏ 'ਤੇ ਸਿੱਟਣਾ ਚਾਹੁੰਦੀਆਂ, ਪੋਲੀਟੀਕਲੀ ਸਿੱਖਾਂ ਦੀ ਪੋਲੀਟੀਕਲੀ ਨਸਲਕੁਸ਼ੀ ਕਰਨੀ ਚਾਹੁੰਦੀਆਂ ਨੇ, ਉਹਨਾਂ ਨੂੰ ਇਹ ਸੁਨੇਹਾ ਦੇ ਦਈਏ ਕਿ ਭਾਈ ਪਹਿਲਾਂ ਹੀ ਸਿੱਖਾਂ ਦੀ ਫਿਜ਼ੀਕਲ ਨਸਲਕੁਸ਼ੀ ਇਸ ਦਿੱਲੀ ਦੇ ਨਾਂ 'ਤੇ ਕਲੰਕ ਲੱਗਾ, ਅਸੀਂ ਸਿੱਖਾਂ ਦੀ ਪੋਲੀਟੀਕਲ ਨਸਲਕੁਸ਼ੀ ਨਹੀਂ ਹੋਣ ਦੇਣੀ। ਅਸੀਂ ਜਿਹੜਾ ਆਪਣਾ ਸੰਵਿਧਾਨਿਕ ਤੌਰ 'ਤੇ ਸਾਡਾ ਰਾਈਟ ਹੈ ਉਹਦੀ ਵਰਤੋਂ ਕਰਨੀ ਹੈ, ਪਰ ਨਾਲ ਦੀ ਨਾਲ ਨੋਟਾ ਦਾ ਬਟਨ ਦਬਾ ਕੇ ਇਹਨਾਂ ਨੂੰ ਸੁਣਾ ਦੇਣਾ ਕਿ ਭਾਈ ਅਸੀਂ ਜਿਉਂਦੇ ਹਾਂ, ਸਾਡੀ ਇੱਕ ਹੋਂਦ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਜਿਆ ਹੋਇਆ ਖਾਲਸਾ ਪੰਥ ਹੈ। ਇਸ ਪੰਥ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਤੇ ਉਸ ਤੋਂ ਮਗਰੋਂ, ਉਸ ਤੋਂ ਪਹਿਲਾਂ ਮੁਗਲਾਂ ਤੋਂ ਲੈ ਕੇ ਤੇ ਅੱਜ ਤੱਕ ਇਸ ਦੇਸ਼ ਲਈ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ। ਤੇ ਜੇ ਅੱਜ ਸਾਡੀ ਨੁਮਾਇੰਦਗੀ ਦਾ ਮਸਲਾ ਹੈ ਤੇ ਸਾਡੇ ਨਾਲ ਬਣਦਾ ਇਨਸਾਫ ਜ਼ਰੂਰ ਕਰੋ, ਕਿਉਂਕਿ ਜੇ ਤੁਸੀਂ ਦੁਨੀਆ ਨੂੰ ਕਹਿੰਦੇ ਹੋ ਅਸੀਂ ਵੱਡੀ ਡੈਮੋਕ੍ਰੇਸੀ ਹੈ ਤੇ ਤੁਹਾਨੂੰ ਘੱਟ ਗਿਣਤੀਆਂ ਦੇ ਜਿਹੜੇ ਹੱਕ ਹੈ, ਅਸੀਂ ਵੀ ਇਸ ਦੇਸ਼ ਵਿੱਚ ਘੱਟ ਗਿਣਤੀਆਂ, ਪੂਰੀ ਦੁਨੀਆ ਚਿੰਤਤ ਹੈ ਇਸ ਗੱਲ ਤੋਂ ਕਿ ਘੱਟ ਗਿਣਤੀਆਂ ਦੇ ਹੱਕ ਮਾਰੇ ਜਾ ਰਹੇ ਨੇ, ਸਾਨੂੰ ਇਹਦੇ ਉੱਤੇ ਸੋਚਣਾ ਪੈਣਾ। ਸੋ ਤੁਹਾਡਾ ਸਾਰਿਆਂ ਦਾ ਆਇਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੀ ਗੱਲ ਜਿਹੜੀ ਹੈ ਖਾਲਸਾ ਪੰਥ ਵੱਲੋਂ, ਅਸੀਂ ਕਿਸੇ ਪੋਲੀਟੀਕਲ ਧਿਰ ਵੱਲੋਂ ਨਹੀਂ ਆਏ, ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ, ਕਿਉਂਕਿ ਸਾਰਾ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮਾਣਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਦੇ ਧਿਆਨ ਵਿੱਚ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇੱਥੇ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਕੇ ਜਿੰਨੇ ਵੀ ਸਾਰੀਆਂ ਵੱਖਰੀਆਂ ਵੱਖਰੀਆਂ ਧਿਰਾਂ ਧੜਿਆਂ ਦੇ ਸਿੱਖ ਲੀਡਰ ਨੇ ਉਹਨਾਂ ਨੂੰ ਇਕੱਠਿਆਂ ਕਰਕੇ ਸਮੂਹਿਕ ਰੂਪ ਵਿੱਚ ਇਸ ਕੰਪੇਨ ਦਾ ਹਿੱਸਾ ਬਣਾਵਾਂਗੇ ਤੇ ਪੂਰੀ ਦਿੱਲੀ ਦੇ ਘਰ ਘਰ ਜਾ ਕੇ ਇਸ ਨੋਟਾ ਦੀ ਜਿਹੜੀ ਕੰਪੇਨ ਆ ਇਸ ਵਾਰੀ ਉਹਨੂੰ ਘਰ ਤੱਕ ਲਿਜਾਉਣ ਦੀ ਕੋਸ਼ਿਸ਼ ਕਰਾਂਗੇ ਤੇ ਦਿੱਲੀ ਦੇ ਹਰ ਘਰ ਤੱਕ ਅਪਰੋਚ ਕੀਤੀ ਜਾਏਗੀ, ਕਿਉਂਕਿ ਬਹੁਤੀ ਵਾਰੀ ਤੁਸੀਂ ਦੇਖ ਪਾਓਗੇ ਕਿ ਜਿੱਥੇ ਸਿੱਖਾਂ ਨੂੰ ਕੈਂਡੀਡੇਟ ਦਿੱਤੇ ਵੀ ਨੇ ਉਹ ਕ੍ਰਾਸ 'ਚ ਵੀ ਸਿੱਖ ਹੀ ਹੋਣ। ਜੇ ਆਪਾਂ ਗਿਣਤੀ ਕਰੀਏ, ਤਿੰਨਾਂ ਦੀ ਗਿਣਤੀ ਕਰੀਏ ਤਾਂ 17 ਬਣਦੀ ਹੈ, ਪਰ 17 ਜਿੱਤ ਤਾਂ ਨਹੀਂ ਸਕਣਗੇ ਨਾ, ਕਿਉਂਕਿ ਉਹ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਉੱਥੇ ਵੀ ਇੱਦਾਂ। ਹਾਂਜੀ ਹਾਂਜੀ, ਅਸੀਂ ਹਰ ਇੱਕ ਘਰ ਤੱਕ, ਕਿਉਂਕਿ ਇਹ ਹੋਂਦ ਦਰਜ ਕਰਾਉਣੀ ਹੈ। ਫਿਰ ਮਤਲਬ ਕੀ ਰਹਿ ਜਾਏਗਾ ਫਿਰ ਐਸੇ ਕੈਂਪੇਨ ਦਾ ਤਾਂ ਮਤਲਬ ਇਹੀ ਹੈ ਕਿ ਸਿੱਖਾਂ ਨੂੰ ਤਵੱਜੋ ਦਿੱਤੀ ਜਾਵੇ, ਜਿੱਥੋਂ ਤਵੱਜੀ ਉੱਥੋਂ ਵੀ ਅਸੀਂ ਹਰਾ ਦਾਂਗੇ। ਵੀਰੇ ਗੱਲ ਫਿਰ ਉਹੀ ਆ ਗਈ, ਗੱਲ ਹਰਾਉਣ ਦੀ ਨਹੀਂ ਹੈ। ਜਦੋਂ ਤੁਹਾਡੇ ਤੇ ਕੋਈ ਅਟੈਕ ਹੁੰਦਾ ਤੁਸੀਂ ਉਹਨੂੰ ਕਾਊਂਟਰ ਕਰਨ ਲਈ ਇੱਕ ਸੰਘਰਸ਼ ਕਰਦੇ ਹੋ ਤੇ ਇਸ ਵਾਰੀ ਜੇ ਜਿੱਤ ਨਹੀਂ ਪਾਣਗੇ ਕੈਂਡੀਡੇਟ ਤੇ ਫਿਰ ਤੇ ਅਗਲੀ ਵਾਰ ਤੋਂ ਉਹ ਵੀ ਟਿਕਟ ਤੋਂ ਗਏ, ਫਿਰ ਤਾਂ ਫਿਰ ਜਿਹੜੇ ਜਿਨ੍ਹਾਂ ਨੂੰ ਮਿਲੀ ਉਹਨਾਂ ਨੂੰ ਵੀ ਨਹੀਂ ਅਗਲੀ ਵਾਰ। ਵੀਰੇ ਇਹ ਓਵਰਆਲ ਸਿੱਖ ਦਿੱਲੀ ਦੇ ਵਿੱਚ ਸਿੱਖਾਂ ਦੀ ਹੋਂਦ ਦਾ ਮਸਲਾ ਹੈ। ਜੇ ਉਹ 5 ਜਿੱਤ ਵੀ ਜਾਣਗੇ ਤਾਂ ਫਿਰ ਕੀ ਫਰਕ ਪੈਂਦਾ? ਗੱਲ ਤੇ ਉਹੀ ਆ ਗਈ ਨਾ, ਕਿਉਂਕਿ ਸਾਨੂੰ ਸਾਡਾ ਬਣਦਾ ਹੱਕ ਨਹੀਂ ਮਿਲਿਆ ਤੇ ਜੇ 2-4 ਲੋਕਾਂ ਨੂੰ ਨਾਂ ਦੇ ਉਹ ਪੱਗਾਂ ਸ਼ਾਮਲ ਵੀ ਕਰ ਲੈਣਗੇ ਉਹਦੇ ਨਾਲ ਕੀ ਫਰਕ ਪਏ? ਤੁਸੀਂ ਇਹਦਾ ਵਰਕਆਊਟ ਕੀਤਾ ਕਿ ਐਕਚੁਅਲੀ ਸਿੱਖਾਂ ਨੂੰ ਕਿਉਂ ਨਹੀਂ ਟਿਕਟ ਦਿੱਤੀ ਗਈ? ਤੁਸੀਂ ਇਹਦਾ ਕੋਈ ਵਰਕਆਊਟ ਕੀਤਾ ਕਿ ਪਾਰਟੀਆਂ ਸਿੱਖਾਂ ਨੂੰ ਵੋਟ ਸੀਟ ਹੈਗੀ ਕਿਉਂ ਨਹੀਂ ਦਿੰਦੀ? ਵੀਰੇ ਮੈਂ ਆਲਰੇਡੀ ਇੱਕ ਗੱਲ ਕਹਿ ਚੁੱਕਾ ਹਾਂ, ਉਹ ਗੱਲ ਬਹੁਤ ਕੌੜੀ ਹੈ ਕਿ ਸਿੱਖਾਂ ਦੀ ਜਿਹੜੀ ਗੋਲਕ ਦੀ ਰਾਜਨੀਤੀ ਸੀ ਉਹਨੇ ਆਪਸ ਵਿੱਚ ਸਿੱਖਾਂ ਨੂੰ ਇੰਨੀ ਬੁਰੀ ਤਰ੍ਹਾਂ ਪੋਲੀਟੀਕਲੀ ਡਾਊਨ ਕੀਤਾ, ਜਿਹਦੀ ਵਜ੍ਹਾ ਕਰਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ, ਪਹਿਲੀ ਗੱਲ ਤੇ ਉਹਨਾਂ ਦੇ ਏਜੰਡੇ ਦੇ ਉੱਤੇ ਸਿੱਖ ਵਿਰੋਧੀ ਇੱਕ ਉਹਨਾਂ ਦਾ ਚਿਹਰਾ, ਅੱਜ ਅਸੀਂ ਟਾਈਟਲ ਦਿੱਤਾ ਇਹਦੇ ਵਿੱਚ ਪ੍ਰੈਸ ਨੋਟ ਦੇ ਵਿੱਚ ਵੀ ਇਹਨਾਂ ਦਾ ਚਿਹਰਾ ਨੰਗਾ ਹੋਇਆ। ਇਹ ਤਾਂ ਪੋਲੀਟੀਕਲ ਪਾਰਟੀਆਂ ਦੱਸ ਸਕਦੀਆਂ ਕਿ ਉਹਨਾਂ ਨੇ ਕਿਉਂ ਨਹੀਂ ਦਿੱਤਾ, ਕਿਉਂਕਿ ਜਦੋਂ ਅਸੀਂ ਬਰਾਬਰ ਦੇ ਇੱਥੇ ਸ਼ਹਿਰੀ ਹਾਂ, ਮੰਨ ਲਓ ਕਹਿ ਜਾਂਦੇ, ਜਦ ਉਹਨਾਂ ਨੂੰ ਨਜ਼ਰ ਆਉਂਦਾ ਕਿ ਆਪ ਹੀ ਖੇਲ ਖਗੋਏ ਪਏ ਨੂੰ ਟਿਕਟ ਕਿਉਂ ਦੇਣੀ? ਮੇਰੀ ਗੱਲ ਤਾਂ ਫਿਰ ਆਉਂਦੀ ਨਾ, ਕਿਉਂਕਿ ਪੋਲੀਟੀਕਲ ਪਾਰਟੀ ਲਈ ਮੈਂ ਇਹ ਜ਼ਿਕਰ ਕੀਤਾ ਹੈ ਕਿ ਭਾਵੇਂ ਇਹਦਾ ਇੱਕ ਕਾਰਨ ਸਾਡੀ ਵੋਟ ਰਾਜਨੀਤੀ ਗੁਰਦੁਆਰਿਆਂ ਦੀ ਗੋਲਕਾਂ ਦੇ ਮਸਲੇ ਦੀ ਇੱਕ ਵੋਟ, ਪਰ ਜਿਹੜੀ ਨੈਸ਼ਨਲ ਪਾਰਟੀ ਹੈ ਉਹਨੂੰ ਕੀ ਫਰਕ ਪੈਂਦਾ ਕਿ ਉਹ ਬਣਦੀ ਸਾਡੀ ਘੱਟੋ ਘੱਟ 10% ਨੁਮਾਇੰਦਗੀ ਵੀ ਸਾਨੂੰ ਨਾ ਦਿਓ। ਅਕੋਰਡਿੰਗ 3.25 ਲੱਖ ਵੋਟਰਸ ਹੈਗੇ ਆ, 3 ਕਰੋੜ ਦੇ ਹਿਸਾਬ ਨਾਲ 1% ਹੀ ਮੰਨਿਆ ਜਾਂਦਾ, ਤੁਸੀਂ 10% ਦੀ ਗੱਲ ਵੀਰੇ 11 ਲੱਖ ਸਿੱਖ ਆਬਾਦੀ ਹੈ ਜੀ,
ਹਾਂ ਉਹ ਗੁਰਦੁਆਰੇ ਦੀ ਇਲੈਕਸ਼ਨ ਹੈ। ਹਾਂ ਤੇ ਕੋਈ ਗੁਰਦੁਆਰੇ ਦੀ ਇਲੈਕਸ਼ਨ ਹੈ ਤੇ ਸਿੱਖ ਵੋਟਰ ਹੀ ਨਾ, ਆਪਣੇ ਕੋਲ ਕੋਈ ਹੋਰ ਡਾਟਾ ਤਾਂ ਹੈ ਨਹੀਂ ਸਿੱਖਾਂ ਦਾ। ਵੀਰੇ ਕੀ ਲੱਗਦਾ ਕਿ ਪੋਪੂਲੇਸ਼ਨ ਦੇ ਵਿੱਚ ਜਿਸ ਤਰੀਕੇ ਗਿਆਰ- ਪੋਪੂਲੇਸ਼ਨ ਘਟਦੀ ਕਿਉਂ ਜਾ ਰਹੀ ਹੈ? 11 ਲੱਖ ਸਿੱਖ ਪਾਪੂਲੇਸ਼ਨ, ਮੈਂ ਉਹਦੇ ਅਕੋਰਡਿੰਗਲੀ ਤੁਹਾਨੂੰ ਕਿਹਾ ਵੀ ਘੱਟ ਤੋਂ ਘੱਟ ਸਾਨੂੰ 10% ਦੀ ਨੁਮਾਇੰਦਗੀ ਤੇ ਦਿੱਤੀ ਜਾਵੇ। ਦੂਜੀ ਮੈਂ ਇੱਕ ਫੈਕਟਰ ਇਹਦੇ ਵਿੱਚ ਹੋਰ ਐਡ ਆਨ ਕਰਦਾ ਕਿ ਹਿਸਟਰੀ ਦੇ ਵਿੱਚ ਜੇ ਸਾਡੀ ਕੌਮ ਦੀਆਂ ਇੰਨੀਆਂ ਵੱਡੀਆਂ ਕੁਰਬਾਨੀਆਂ ਤੇ ਸਾਡੀ ਕੌਮ ਨੂੰ ਇੰਨੀ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕਿਵੇਂ ਕੀਤਾ ਜਾ ਸਕਦਾ? ਕਿਉਂਕਿ ਆਲਰੇਡੀ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਬੰਦੀ ਸਿੰਘਾਂ ਨਾਲ ਧੱਕਾ ਹੁੰਦਾ ਹੈ, ਇਸ ਦੇਸ਼ ਦੇ ਵਿੱਚ ਸਾਡੀ ਨਸਲਕੁਸ਼ੀ ਕੀਤੀ ਜਾਂਦੀ ਹੈ ਤੇ ਸਰਕਾਰਾਂ ਤਾਂ ਆਲਰੇਡੀ ਸਾਡੇ ਨਾਲ ਧੱਕਾ ਕਰ ਰਹੀਆਂ ਨੇ, ਤੇ ਜਦੋਂ ਇਹ ਪੋਲੀਟੀਕਲੀ ਧੱਕਾ ਵੀ ਕੀਤਾ ਜਾਏਗਾ, ਸਾਡੇ ਸਿੱਖਾਂ ਨੂੰ ਬਣਦੀ ਘੱਟ ਤੋਂ ਘੱਟ 10% ਨੁਮਾਇੰਦਗੀ ਵੀ ਨਹੀਂ ਦਿੱਤੀ ਜਾਏਗੀ, ਤੇ ਇਹਦਾ ਮਤਲਬ ਇਹ ਹੈ ਫਿਰ ਤੁਸੀਂ ਕੀ ਆਸ ਕਰਦੇ ਹੋ ਕਿ ਅਸੀਂ ਇਸ ਦੇਸ਼ ਨੂੰ ਆਪਣਾ ਸਮਝੀਏ? ਇਸ ਗੱਲ ਦਾ ਜਵਾਬ ਤਾਂ ਉਹਨਾਂ ਨੂੰ ਦੇਣਾ ਪੈਣਾ ਜਿਹੜੇ ਸਾਨੂੰ ਨੁਮਾਇੰਦਗੀ ਨਹੀਂ ਦੇ ਰਹੇ। ਜਿਹੜੇ ਤੁਸੀਂ ਗੋਲਕਾਂ ਦੀ ਗੱਲ ਕੀਤੀ ਹੈ ਕਿ ਜਿਹੜੇ ਗੋਲਕ ਚੋਰ ਹੈਗੇ ਉਹਨਾਂ ਕਰਕੇ ਪੈ ਰਿਹਾ, ਤੇ ਉਹਨਾਂ ਬਾਰੇ ਤੁਹਾਡਾ ਕੀ ਬਲਾਨ ਹੈ ਕਿ ਉਹਨਾਂ ਕੋਲ ਨਹੀਂ ਜਾਓਗੇ ਤੁਸੀਂ? ਅਸੀਂ ਅੱਜ ਪ੍ਰੈਸ ਕਾਨਫਰੰਸ ਤੋਂ ਬਾਅਦ ਮੈਂ ਸਾਰੇ ਹੀ ਜਿਹੜੇ ਤਕਰੀਬਨ ਲੀਡਰ ਨੇ ਉਹਨਾਂ ਨਾਲ ਸ਼ਾਮ ਤੱਕ ਮੇਰੀ ਆਲਰੇਡੀ ਉਹਨਾਂ ਨਾਲ ਅਪਾਇੰਟਮੈਂਟ ਸੈੱਟ ਹੋ ਚੁੱਕੀਆਂ ਨੇ। ਅਸੀਂ ਸਾਰੇ ਸਿੱਖ ਲੀਡਰਾਂ ਤੱਕ ਬਿਨਾਂ ਕਿਸੇ ਧੜੇ ਦੇ ਭੇਦਭਾਵ ਤੋਂ ਅਸੀਂ ਜਾਵਾਂਗੇ ਔਰ ਉਹਨਾਂ ਨੂੰ ਇਹ ਗੱਲ ਕਹਾਂਗੇ ਕਿ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਤੇ ਇਹਦੇ ਹੱਲ ਵਾਸਤੇ ਸਾਨੂੰ ਜੁਆਇੰਟਲੀ ਇਕੱਠਿਆਂ ਨੂੰ ਇੱਕ ਸਾਂਝੇ ਯਤਨ ਦੀ ਲੋੜ ਹੈ। ਔਰ ਮੈਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲੇਗਾ ਕਿ ਇਹ ਲੀਡਰਸ ਜੇ ਸੱਚਮੁੱਚ ਪੰਥ ਦੇ ਹਮਾਇਤੀ ਹੋਏ, ਜੇ ਸੱਚਮੁੱਚ ਇਹਨਾਂ ਦੇ ਅੰਦਰ ਪੰਥਕ ਜਜ਼ਬਾ ਹੋਇਆ, ਇੱਕੋ ਪਲੇਟਫਾਰਮ ਤੇ ਇਸ ਬੇਇਨਸਾਫੀ ਦੇ ਖਿਲਾਫ ਜ਼ਰੂਰ ਆਵਾਜ਼ ਜਿਹੜੇ ਜਿੱਤਦੇ ਨੇ ਸਿੱਖ ਕੈਂਡੀਡੇਟਸ ਵਗੈਰਾ, ਉਹਨਾਂ ਨੇ ਕਿਹੜਾ ਸਿੱਖੀ ਦਾ ਕੋਈ ਸਵਾਰ ਦਿੰਦੇ ਨੇ? ਕਿਸੇ ਗਰੀਬ ਸਿੱਖ ਦੀ ਬਾਂਹ ਨਹੀਂ ਫੜਦੇ। ਗ੍ਰੈਂਟਰਾਂ ਦੇ ਰੇਟ ਫਿਕਸ ਨੇ। ਉਹ ਜਿਹੜਾ ਕਾਲਾ ਚੋਰ ਹੈਗਾ ਉਹਦੇ ਵਾਕਨ ਸਿੱਖਾਂ ਦੇ ਕਿਰਦਾਰ ਬਣੇ ਨੇ। ਤੁਸੀਂ ਕੀ ਉਮੀਦ ਕਰਦੇ ਹੋ ਕਿ ਵੀ ਉਹਨਾਂ ਨੂੰ ਵੋਟਾਂ ਦਿੱਤੀਆਂ ਜਾਣ? ਸਿੱਖ ਮੇਅਰ ਰਹੇ ਆ ਐਸਡੀਐਮਸੀ ਦੇ, ਸਿੱਖ ਮੇਅਰ ਰਹੇ ਆ, ਸਿੱਖ ਪੀਐਮ ਵੀ ਰਿਹਾ। ਮੇਰੇ ਵੇਖੋ ਗੱਲ ਪਤਾ ਕੀ ਹੁੰਦੀ ਵੀਰੇ, ਜਦੋਂ ਤੁਸੀਂ ਟੇਬਲ ਦੇ ਉੱਤੇ ਸੰਵਿਧਾਨਿਕ ਢੰਗ ਨਾਲ ਲੜਦੇ ਹੋ ਤੇ ਤੁਹਾਡੇ ਨਾਲ ਇੱਕ ਬੇਇਨਸਾਫੀ ਕੀਤੀ ਜਾਂਦੀ ਹੈ, ਅਸੀਂ ਉਹਦੇ ਹੱਕ ਦੀ ਆਵਾਜ਼ ਉਠਾਉਂਦੇ ਹਾਂ। ਕੋਈ ਇੰਡੀਵਿਜੂਅਲੀ ਬੰਦਾ ਬਣਨ ਤੋਂ ਬਾਅਦ ਨਹੀਂ ਕਰਦਾ ਤੇ ਉਹਨੂੰ ਸੰਵਿਧਾਨਿਕ ਕਟਹਿਰੇ 'ਚ ਖੜਾ ਕੀਤਾ ਜਾ ਸਕਦਾ ਹੈ। ਠੀਕ ਹੈ ਕਿ ਵੀ ਸਿੱਖਾਂ ਦੇ ਨੁਮਾਇੰਦਿਆਂ ਕੋਲ ਜਾਣਗੇ। ਸਿੱਖਾਂ ਦੇ ਨੁਮਾਇੰਦੇ ਕਿਸ ਲੈਵਲ ਦੇ ਨੇ? ਇੱਕ ਉੱਤੇ ਸਰਕਾਰ ਦੀ ਝੋਲੀ ਜਿਹੜੇ ਬੈਠੇ ਨੇ ਸਾਰੀਆਂ ਪਾਰਟੀਆਂ ਵਾਲੇ XYZ, ਜਿਹੜਾ ਮਰਜ਼ੀ ਨੀਲੀ ਕਾਲੀ ਪੀਲ ਚਿੱਟੀ ਪੱਗ ਵਾਲਾ ਹੋਏ, ਸਾਰੀ ਸਰਕਾਰ ਦੀ ਝੋਲੀ ਬੈਠੇ ਨੇ। ਇੱਥੇ ਜਿਹੜੇ ਕੁਝ ਬੰਦੇ ਨੇ ਉਹ ਵੀ ਸਰਕਾਰ ਦੀ ਝੋਲੀ ਬੈਠੇ ਨੇ ਥੋੜੇ ਟਾਈਮ ਪਹਿਲਾਂ। ਮਤਲਬ ਸਾਰਿਆਂ ਨੂੰ ਜਦ ਕੁਰਸੀ ਪਿਆਰੀ ਹੁੰਦੀ, ਕੁਰਸੀ ਤੱਕ ਸਾਰੇ ਸੀਮਤ ਰਹਿ ਗਏ ਨੇ। ਸਿੱਖ ਦਾ ਕਿਰਦਾਰ ਕੀ ਹੈਗਾ? ਤੇ ਤੁਸੀਂ ਸਮਝਦੇ ਹੋ ਕਿ ਤੁਹਾਡੀ ਅਪੀਲ ਸਿੱਖਾਂ ਤੱਕ ਪਹੁੰਚੇਗੀ ਜਾ ਕੇ? ਜਦੋਂ ਚੋਣਾਂ 'ਚ ਪਊਏ ਵੰਡੇ ਜਾਂਦੇ, ਪੈਸਾ ਵੰਡਿਆ ਜਾਂਦਾ, ਸਭ ਕੁਝ ਵੰਡਿਆ ਜਾਂਦਾ, 2-2 ਕਰੋੜ ਰੁਪਏ ਇੱਕ ਸੀਟ ਤਾਂ ਲੱਗਦਾ ਹੈ, ਤੇ ਤੁਹਾਨੂੰ ਲੱਗਦਾ ਕਿ ਸਿੱਖੀ ਵਾਸਤੇ ਸਿੱਖ ਜਿਹੜੇ ਆਮ ਸਿੱਖ ਹੈਗੇ ਨੇ 1% ਵੀ ਨਹੀਂ ਹੋਏਗਾ ਜਿਹੜਾ ਤੁਹਾਡੀ ਅਪੀਲ ਨੂੰ ਹੁੰਗਾਰਾ ਦੇਵੇਗਾ? ਵੇਖੋ ਜੀ, ਜਦੋਂ ਤੁਸੀਂ ਕੋਈ ਵੀ ਕੰਪੇਨ ਸਟਾਰਟ ਕਰਦੇ ਹੋ ਤੇ ਇਸ ਪੋਜ਼ਿਟਿਵ ਨਜ਼ਰੀਏ ਨਾਲ ਕਰਦੇ ਹੋ ਕਿ ਇਹ ਅੱਗੇ ਜਾਏਗੀ। ਮੈਨੂੰ ਤੁਹਾਡੇ ਸਾਰਿਆਂ 'ਤੇ ਵੀ ਪੂਰਨ ਭਰੋਸਾ ਹੈ ਕਿ ਤੁਸੀਂ ਸਾਡੀ ਗੱਲ ਨੂੰ ਆਵਾਮ ਘਰ ਘਰ ਤੱਕ, ਇੱਕ ਜੇਬ ਤੱਕ ਲੈ ਕੇ ਜਾਓਗੇ, ਇੱਕ ਮੋਬਾਈਲ ਸੈੱਲਫੋਨ ਤੱਕ ਜਾਏਗੀ ਉਹ ਗੱਲ। ਇਹੀ ਤਾਂ ਹਲੂਣਾ ਦੇਣਾ ਹੈ, ਇਹੀ ਤਾਂ ਸਭ ਤੋਂ ਵੱਡਾ ਮਸਲਾ ਹੈ ਕਿ ਜਿਹੜੇ ਲੋਕ ਪੋਲੀਟੀਕਲ ਪਾਰਟੀਆਂ ਦੀ ਝੋਲੀਆਂ 'ਚ ਬਹਿ ਕੇ ਜਾ ਕੇ, ਭਾਵੇਂ ਉਹਨਾਂ ਦਾ ਕਰੀਅਰ ਪੋਲੀਟੀਕਲ ਸਟਾਰਟ ਕੀਤਾ ਸੀ ਗੁਰੂ ਘਰ ਦੀ ਰਾਜਨੀਤੀ ਤੋਂ, ਬੈਠ ਕੇ ਜਾ ਕੇ ਪੋਲੀਟੀਕਲ ਪਾਰਟੀਆਂ ਦੀ ਗੋਦੀ 'ਚ ਕਿ ਦੇਖੋ ਜੀ ਅਸੀਂ ਫਲਾਨੀ ਕਮੇਟੀ ਦੇ ਤਾਂ ਮੈਂਬਰ ਬਣ ਗਏ, ਹੁਣ ਸਾਨੂੰ MLA ਦੀ ਟਿਕਟ ਦੇ ਦਿਓ। ਤੇ ਇਹ ਉਹਨਾਂ ਤੋਂ ਵੀ ਆਪਾਂ ਜਵਾਬਦੇਹੀ ਲੈਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਭਾਈ ਜੇ ਸਿੱਖਾਂ ਦਾ ਇੱਥੇ ਬਣਦਾ ਹੱਕ ਪੋਲੀਟੀਕਲੀ ਨਸਲਕੁਸ਼ੀ ਹੋ ਰਹੀ ਹੈ ਤੇ ਤੁਸੀਂ ਕਿੱਥੇ ਖੜੇ? ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਕਿ ਅਸੀਂ ਦੋਵਾਂ ਪੱਖ ਤੋਂ ਜਿੱਥੇ ਸੰਗਤ ਤੱਕ ਕੰਪੇਨ ਲੈ ਕੇ ਜਾ ਰਹੇ ਹਾਂ, ਉੱਥੇ ਜਿਹੜੇ ਇਸ ਵੇਲੇ ਸਿੱਖਾਂ ਦੇ ਆਗੂ ਡਿਸੀਜਨ ਮੇਕਰ ਪੋਜੀਸ਼ਨਸ ਤੇ ਬੈਠੇ ਨੇ, ਅਸੀਂ ਉਹਨਾਂ ਤੱਕ ਜਾ ਕੇ ਵੀ ਇਹ ਗੱਲ ਕਰਨੀ ਹੈ ਕਿ ਤੁਸੀਂ ਜੇ ਪੰਥ ਦੇ ਲੀਡਰ ਅਖਵਾਉਂਦੇ ਹੋ, ਪੰਥ ਦੀਆਂ ਸਿਰਾਂ ਤੇ ਪੱਗਾਂ ਬੰਨ੍ਹ ਕੇ ਉਹਨੂੰ ਆਪਣੇ ਪੋਲੀਟੀਕਲ ਆਕਾਵਾਂ ਦੇ ਰਾਹੀਂ ਕੈਸ਼ ਕਰਦੇ ਹੋ ਤੇ ਫਿਰ ਤੁਹਾਨੂੰ ਪੰਥ ਦੀ ਆਵਾਜ਼ ਤਾਂ ਸੁਣਨੀ ਪਏਗੀ। ਪਰਮਪਾਲ ਜੀ, ਤੁਸੀਂ ਪੰਜਾਬ ਤੋਂ ਆਏ ਹੋ, ਮਨੋਜ ਜੀ ਹਰਿਆਣੇ ਤੋਂ ਆਏ ਆ। ਦਿੱਲੀ ਦੇ ਸਿੱਖ, ਦਿੱਲੀ ਦਾ ਮਸਲਾ, ਦਿੱਲੀ ਦੇ ਸਿੱਖ ਤੁਹਾਡੇ ਨਾਲ ਸਟੇਜ ਤੇ ਕਿਉਂ ਨਹੀਂ ਹੈ? ਉਹ ਸੁੱਤੇ ਪਏ ਨੇ? ਦੇਖੋ, ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਪਿਛਲੇ 2 ਸਾਲਾਂ ਤੋਂ ਦਿੱਲੀ 'ਚ ਕੰਮ ਕਰ ਰਹੀ ਸੀ। ਸਾਡੇ ਨਾਲ ਇੱਥੋਂ ਦੀਆਂ ਤਕਰੀਬਨ 20 ਤੋਂ 25 ਸਿੱਖ ਆਰਗੇਨਾਈਜੇਸ਼ਨ ਜਿਹੜੀਆਂ ਅਸੀਂ ਅਲਾਇੰਸ ਦੇ ਵਿੱਚ ਇੱਕ ਦੂਜੇ ਨਾਲ ਟਾਈ ਅਪ 'ਚ ਕਰ ਰਹੇ ਹਾਂ। ਜਦੋਂ ਇਹ ਮਸਲਾ ਉੱਠਿਆ, ਇਹ ਮਸਲਾ ਸਾਡੇ ਤੱਕ ਪਹੁੰਚਿਆ ਕਿਉਂਕਿ ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਅਸੀਂ ਇਸ ਵੇਲੇ ਕਿਸੇ ਵੀ ਪੋਲੀਟੀਕਲ ਧੜੇ ਦੇ ਸਿੱਖ ਨੂੰ ਵਿੱਚ ਇਨਵੋਲਵ ਨਹੀਂ ਸੀ ਕਰਨਾ ਚਾਹੁੰਦੇ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ, ਕਿਉਂਕਿ ਜਿਹੜੀ ਹੈਗੀ ਆ ਕੰਪੇਨ ਹੈ ਸਾਂਝੇ ਤੌਰ ਤੇ ਕਰਾਉਣੀ ਹੈ, ਇਸ ਕਰਕੇ ਅਸੀਂ ਚਾਹੁੰਦੇ ਸੀ ਵੀ ਇਹ ਪੰਥ ਦੀ ਆਵਾਜ਼ ਪੰਥ ਤੱਕ ਪਹੁੰਚੇ। ਕਿਤੇ ਕੋਈ ਇੱਕ ਸ਼ਖਸ ਦੀ ਵਜ੍ਹਾ ਕਰਕੇ ਕੋਈ ਉਹਨੂੰ ਪੋਲੀਟੀਕਲੀ ਕਿਸੇ ਧੜੇ ਦੀ ਗੱਲ ਨਾ ਸਮਝ ਕੇ ਬੈਠ ਜਾਵੇ, ਇਸ ਕਰਕੇ ਅਸੀਂ ਇਸ ਗੱਲ ਨੂੰ ਅਵੋਇਡ ਕੀਤਾ। ਤੁਹਾਨੂੰ ਆਉਣ ਵਾਲੇ ਸਮੇਂ 'ਚ ਸੈਮੀਨਾਰਾਂ ਦੇ ਰੂਪ 'ਚ, ਪ੍ਰੈਸ ਕਾਨਫਰੰਸ ਦੇ ਰੂਪ 'ਚ ਸਿੱਖ ਜਥੇਬੰਦੀਆਂ ਦਿੱਲੀ ਦੀਆਂ, ਉਹਨਾਂ ਦੇ ਆਗੂ ਸਾਹਿਬਾਨ ਸਾਡੇ ਨਾਲ ਕੰਪੇਨ 'ਚ ਨਜ਼ਰ ਆਉਣ। ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੋਵਾਂ ਦੇ ਸੰਵਿਧਾਨ 'ਚ ਇਹ ਗੱਲ ਲਿਖੀ ਹੈ ਕਿ ਇਹ ਇਲੈਕਸ਼ਨ ਸਿਰਫ ਰਿਲੀਜੀਅਸ ਪਾਰਟੀ ਹੀ ਲੜ ਸਕਦੀ। ਇਹ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਗੇ। ਮਸਲਾ ਇਹ ਗੱਲ ਦਾ ਵੀ ਇੱਥੇ ਹੀ ਸਾਡੀ ਸਾਰੀ ਕਹਾਣੀ ਰਲਗੱਡ ਹੋਈ ਕਿ ਜਦੋਂ ਸਾਡੇ ਜਿਨ੍ਹਾਂ ਨੇ ਸੇਵਾ ਦੇ ਨਾਂ 'ਤੇ
ਸਾਡੇ ਗੁਰੂ ਘਰਾਂ ਦਾ ਪ੍ਰਬੰਧ ਕਰਨਾ ਸੀ, ਉਹਨਾਂ ਨੇ ਹੀ ਹੌਲੀ ਹੌਲੀ ਆਪਣੀ ਲੀਡਰਸ਼ਿਪ ਐਸਟੈਬਲਿਸ਼ ਕੀਤੀ। ਉਹਦੇ 'ਚ ਮੈਂ ਕਹਿੰਦਾ ਲੀਡਰਾਂ ਨਾਲੋਂ ਜਿਹੜੇ ਉਹਨਾਂ ਦੇ ਸਪੋਰਟਰ ਸੀ ਉਹਨਾਂ ਦਾ ਰੋਲ ਵੱਧ ਰਿਹਾ, ਕਿਉਂਕਿ ਉਹਨਾਂ ਨੂੰ ਵੋਟਾਂ ਤੇ ਅਸੀਂ ਪਾ ਕੇ ਚੁਣਿਆ, ਇੱਥੋਂ ਦੇ ਲੋਕਾਂ ਨੇ ਚੁਣ ਕੇ ਹੀ। ਔਰ ਉਹ ਜਦੋਂ ਮੈਂਬਰੀਆਂ ਤੋਂ ਸਿੱਧੇ MLA ਤੇ ਆ ਗਏ, ਸਾਨੂੰ ਉਦੋਂ ਹੀ ਉਹਨਾਂ ਤੇ ਕਿੰਤੂ ਕਰਨਾ ਚਾਹੀਦਾ ਸੀ ਵੀ ਭਾਈ ਜਾਂ ਇੱਧਰ ਛੱਡ ਜਾ ਜਾਂ ਉੱਧਰ ਛੱਡ। ਹੋਇਆ ਕੀ ਕਿ ਜਿਹੜੇ ਸਾਡੇ ਰਿਲੀਜੀਅਸ ਆਗੂ ਸੀ ਉਹੀ ਸਾਡੇ ਪੋਲੀਟੀਕਲ ਆਗੂ ਬਣ ਗਏ। ਭਾਵੇਂ ਕਿ ਮੀਰੀ ਪੀਰੀ ਦੇ ਕਨਸੈਪਟ 'ਚ ਮਾੜਾ ਨਹੀਂ ਹੈ, ਪਰ ਉਹ ਵਫਾਦਾਰੀ ਹਾਕਮ ਨਾਲ ਪਗਾਉਂਦੇ ਨੇ, ਸਰਕਾਰਾਂ ਨਾਲ ਪਗਾਉਂਦੇ ਨੇ ਕਿ ਪੰਥ ਨਾਲ ਪਗਾਉਂਦੇ ਨੇ। ਇਸ ਗੱਲ ਦੇ ਉੱਤੇ ਇੰਡੀਵਿਜੂਅਲੀ ਹਰ ਕੋਈ ਗੁਰੂ ਦਾ ਦੇਣਦਾਰ ਹੈ। ਸੋ ਸਾਨੂੰ ਕੋਈ ਸ਼ੱਕ ਨਹੀਂ ਹੈ, ਜਿਵੇਂ ਹੁਣੇ ਵੀਰ ਨੇ ਕਿਰਦਾਰਾਂ ਦੀ ਗੱਲ ਕੀਤੀ ਹੈ ਕਿ ਸਾਨੂੰ ਮਸਲਾ ਤੇ ਸਰਦਾਰ ਦਾ ਮਤਲਬ ਕਿਰਦਾਰ ਦਾ ਮਸਲਾ। ਸੋ ਗੱਲ ਸਿੰਪਲ ਹੈ ਵੀਰੇ ਕਿ ਅਸੀਂ ਜਦੋਂ ਹੌਲੀ ਹੌਲੀ ਇਸ ਗੱਲ ਦੀ ਕੰਪੇਨ ਸੰਗਤ ਤੱਕ ਲੈ ਕੇ ਜਾਵਾਂਗੇ, ਮੈਨੂੰ ਪੂਰਨ ਆਸ ਹੈ ਕਿ ਇਹ ਜਿਹੜੇ ਲੀਡਰ ਨੇ ਇਹਨਾਂ ਨੂੰ ਵੀ ਥੋੜਾ ਜਿਹਾ ਹਲੂਣਾ ਮਿਲੇਗਾ ਕਿ ਅਸੀਂ ਜੇ ਸਿੱਖਾਂ ਦੀ ਨੁਮਾਇੰਦਗੀ ਕਰਨੀ ਆ ਤੇ ਥੱਲੇ ਸਿੱਖ ਜਾਗ ਚੁੱਕੇ ਨੇ, ਇਹ ਸਾਨੂੰ ਕੁਐਸਚਨ ਕਰਨਗੇ। ਇਸ ਤੋਂ ਪਹਿਲਾਂ ਸਾਨੂੰ ਆਪਣਾ ਰਾਹ ਜਿਹੜਾ ਉਹ ਸੈਟਲ ਕਰ ਲੈਣਾ। ਤੁਸੀਂ ਕਿੱਥੇ ਖੜੋਗੇ? ਕਿਉਂਕਿ ਪਿਛਲੇ ਟਾਈਮ ਦੌਰਾਨ ਇਹ ਮੁਹਿੰਮਾਂ ਚੱਲੀ ਨੇ, ਅਖੀਰ ਜਾ ਕੇ ਮੁਲਕ ਪਵਾ ਲੈਂਦੇ ਨੇ ਤੇ ਪਾਸੇ ਹੋ ਜਾਂਦੇ ਨੇ ਸਾਰੇ। ਮੇਰੇ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਪਿਛਲੇ 7 ਸਾਲ ਤੋਂ ਲੱਗਾ ਹੋਇਆ ਹੈ ਤੇ ਜਿੰਨੀ ਵਾਰੀ ਵੀ ਕਿਸੇ ਮੁਹਿੰਮ ਨੂੰ ਹੱਥ ਪਾਇਆ, ਚਾਹੇ ਉਹ ਕ੍ਰਿਸਚੀਅਨਸ ਦਾ ਪੰਜਾਬ ਦੇ ਵਿੱਚ ਮਸਲਾ ਸੀ, ਤੁਸੀਂ ਦੇਖ ਪਾ ਰਹੇ ਹੋ, ਚਾਹੇ ਕਿਸੇ ਵੀ ਕਿਸਮ ਦਾ ਮਸਲਾ ਹੋਵੇ, ਕਿਸਾਨੀ ਸੰਘਰਸ਼ ਸੀਗਾ, ਅਸੀਂ ਸਤਿਗੁਰੂ ਜੀ ਸਾਡੇ ਤੇ ਰਹਿਮਤ ਕਰਨ, ਇਹਨੂੰ ਕਿਸੇ ਸਿਰੇ ਲਾਉਣ ਤੋਂ ਬਾਅਦ ਹੀ ਘਰ ਮੁੜਾਂਗੇ, ਕੋਈ ਮਸਲਾ ਨਹੀਂ। ਮੈਂ 14 MLA ਸੀ, ਲੇਕਿਨ ਇੱਕ ਵੀ ਸਿੱਖ ਮਸਲਾ ਜਾਂ ਪੰਜਾਬੀ ਬਾਰੇ ਕੋਈ ਚੀਜ਼ ਨਹੀਂ। ਵੀਰੇ ਉਹ ਤਾਂ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ, ਮੈਂ ਫਿਰ ਕਹਿ ਰਿਹਾ ਵੀ ਉਹਨਾਂ ਨੇ ਚੁਣਨਾ। ਹਾਂ, ਮੈਂ ਉਹੀ ਗੱਲ ਕਹਿ ਰਿਹਾ, ਇਹ ਕੰਪੇਨ ਇਸੇ ਕਰਕੇ ਲੋਕਾਂ ਤੱਕ ਅਵੇਅਰਨੈਸ ਦੇ ਰੂਪ 'ਚ ਲੈ ਕੇ ਜਾ ਰਹੇ ਹਾਂ, ਕਿਉਂਕਿ ਜੇ ਲੋਕ ਸੰਗਤ ਜਿਹਨੂੰ ਆਪਾਂ ਕਹਿੰਦੇ ਹਾਂ, ਚਾਹੇ ਗੁਰਦੁਆਰਿਆਂ ਦੀ ਸਟੇਜਾਂ ਤੋਂ ਵੀ ਸੰਗਤ ਸ਼ਬਦ ਵਰਤਿਆ ਜਾਂਦਾ, ਮੈਂ ਵੀ ਸੰਗਤ ਸ਼ਬਦ ਵਰਤ ਰਿਹਾ ਕਿ ਜਿਹੜੀ ਸੰਗਤ ਹੈ ਦਿੱਲੀ ਦੀ, ਜਿਹੜੀ ਸਿੱਖ ਸੰਗਤ ਹੈ, ਉਹਨੂੰ ਜਗਾਉਣਾ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਕੇਵਲ ਗੁਰੂ ਘਰ ਦੇ ਨਾਲ ਸੰਬੰਧ ਗਰਮ ਦੇਗ, ਗਰਮ ਲੰਗਰ ਤੱਕ ਸੀਮਤ ਨਾ ਰੱਖੋ। ਤੁਹਾਡਾ ਮਸਲਾ ਹੈ, ਉਹਨਾਂ ਲੀਡਰਾਂ ਨੇ ਤੁਹਾਡੇ ਬੱਚਿਆਂ ਦੇ ਭਵਿੱਖ ਦੇ ਫੈਸਲੇ ਕਰਨੇ ਆ, ਉਹਨਾਂ ਦੀ ਐਜੂਕੇਸ਼ਨ ਦੇ ਮਸਲੇ ਨੇ, ਉਹਨਾਂ ਦੀ ਹੈਲਥ ਦੇ ਮਸਲੇ ਨੇ, ਤਾਂ ਤੁਸੀਂ ਕਿਉਂ ਨਾ ਉਹਨਾਂ ਤੋਂ ਇਸ ਗੱਲ ਦੀ ਜਵਾਬਦੇਹੀ ਕਰੋ ਕਿ ਭਾਈ ਜਿਹੜੇ ਸਾਡੇ ਹੱਕਾਂ ਦੀ ਗੱਲ ਹੈ ਉਹ ਕੌਣ ਕਰ ਰਿਹਾ, ਕੌਣ ਨਹੀਂ ਕਰ ਰਿਹਾ। ਗੱਲ ਕੇਵਲ ਲੰਗਰ ਦੀ ਦਾਲ ਗਰਮ ਤੱਕ ਸੀਮਤ ਤਾਂ ਨਹੀਂ ਰਹਿ ਗਈ। ਇਲੈਕਸ਼ਨ ਤੱਕ ਕੰਪੇਨ ਚੱਲਦੀ ਹੈ, ਇਲੈਕਸ਼ਨ ਖਤਮ ਹੋ ਗਏ ਫਿਰ ਕੰਪੇਨ ਖਤਮ ਹੋਈ, ਅੱਗੇ ਫਿਰ ਇਲੈਕਸ਼ਨ ਆਣਗੇ। ਵੀਰੇ ਕੋਈ ਵੀ ਚੀਜ਼ ਹੈ, ਦੇਖੋ ਨਾ ਤਾਂ ਇਲੈਕਸ਼ਨਾਂ ਖਤਮ ਹੋਣੀਆਂ ਨਾ ਕੰਪੇਨ ਖਤਮ ਹੋਣੀ, ਤਾਂ ਕੰਟੀਨਿਊ ਰਹੇਗੀ। ਉਨੀ ਦੇਰ ਤੱਕ ਕੰਟੀਨਿਊ ਰਹੇਗੀ ਜਿੰਨੀ ਦੇਰ ਤੱਕ ਅਸੀਂ ਮਹਿਸੂਸ ਨਹੀਂ ਕਰਦੇ ਕਿ ਸਾਨੂੰ ਸਾਡਾ ਬਣਦੀ ਜਿਹੜੀ ਰੇਸ਼ੋ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਨਹੀਂ ਕੀਤੀ ਜਾ ਰਹੀ। ਗਰਾਊਂਡ ਬੇਸ ਤੁਸੀਂ ਕਿਸ ਤਰ੍ਹਾਂ ਵਰਕ ਕਰੋਗੇ? ਵੀਰੇ ਦੇਖੋ ਸੋਸ਼ਲ ਮੀਡੀਆ ਤੇ ਆਪਣੀ ਕੰਪੇਨ ਚੱਲੇਗੀ। ਅਸੀਂ ਮੈਂ ਪਹਿਲਾਂ ਅਰਜ਼ ਕੀਤੀ ਸੈਮੀਨਾਰਾਂ ਦੇ ਰੂਪ ਵਿੱਚ ਅਸੀਂ ਅਲੱਗ-ਅਲੱਗ ਦਿੱਲੀ ਦੇ ਜਿਹੜੇ ਏਰੀਆਜ਼ ਨੇ ਉੱਥੇ ਜਾ ਕੇ ਡਾਇਰੈਕਟਲੀ ਇੰਟਰੈਕਟ ਕਰਾਂਗੇ ਤੇ ਨਾਲ ਦੀ ਨਾਲ ਜਿਹੜਾ ਹੈਗਾ ਮੀਡੀਆ ਦੇ ਰਾਹੀਂ ਇਹਨਾਂ ਆਗੂਆਂ ਨੂੰ ਨਾਲ ਲੈ ਕੇ ਜਿਹੜੀ ਹੈ ਉਹ ਸੰਗਤ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਕਿਸ ਤਰ੍ਹਾਂ ਦੇ ਹੋਵੇ ਕਿਉਂਕਿ ਜਿਹੜੇ ਇੱਥੇ ਆਮ ਸੈਮੀਨਾਰ ਹੁੰਦੇ ਉਸ ਤੋਂ ਲੋਕ ਜਾਂਦੇ ਵੀਰੇ ਦੇਖੋ ਕੋਸ਼ਿਸ਼ ਕੀਤੀ ਜਾਵੇਗੀ ਕਿ ਅਸੀਂ ਉਹ ਬੁਲਾਰੇ ਜਿਨ੍ਹਾਂ ਨੂੰ ਆਮ ਕਰਕੇ ਸਿੱਖ ਸੰਗਤ ਸੁਣਦੀ ਹੈ ਔਰ ਉਹ ਇਸ ਮੁੱਦੇ ਨੂੰ ਪੰਥ ਦਾ ਮੁੱਦਾ ਮੰਨਦੇ ਨੇ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਨੌਜਵਾਨਾਂ ਤੇ ਸੰਗਤਾਂ ਦੇ ਤੱਕ ਜਿਹੜੀ ਹੈ ਉਹ ਇਹ ਗੱਲ ਕਿਸੇ ਵੀ ਰੂਪ ਵਿੱਚ ਲੈ ਕੇ ਜਾਈਏ। ਤੁਸੀਂ ਦੇਖਿਆ ਇੱਕ ਪੰਫਲੈਟ ਇਹਦੇ ਮਗਰ ਲੱਗਾ ਹੋਇਆ, ਇਹ ਪੰਫਲੈਟ ਕੱਲ੍ਹ ਨਗਰ ਕੀਰਤਨ 'ਚ ਵੀ ਵੰਡਿਆ ਗਿਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਸੇ ਜਿਹੜੇ ਪੰਫਲੈਟ ਨੇ ਉਹ ਹਰ ਘਰ ਤੱਕ, ਜਿਹੜੇ ਸਾਡੇ ਵਲੰਟੀਅਰਸ ਨੇ, ਆਰਗੇਨਾਈਜੇਸ਼ਨ ਐਸੋਸੀਏਟਡ ਨੇ, ਉਹ ਹਰ ਘਰ ਤੱਕ ਇਹ ਪੰਫਲੈਟ ਲੈ ਕੇ ਜਾਣ ਤਾਂ ਕਿ ਇਹਦੀ ਗੱਲ ਤੁਰੇ। ਰਿਜ਼ਲਟ ਜਿਹੜਾ ਉਹ ਪਰਮਾਤਮਾ ਦੇ ਹੱਥ ਹੈ, ਅਕਾਲ ਪੁਰਖ ਵਾਹਿਗੁਰੂ ਨੇ ਵਿਧ ਬਣਾਉਣੀ ਹੈ, ਪਰ ਅਸੀਂ ਪੰਥ ਵੱਲੋਂ ਨਿਸ਼ਕਾਮ ਭਾਵਨਾ ਨਾਲ ਬਿਨਾਂ ਕਿਸੇ ਲਾਲਚ ਚੌਧਰ ਦੇ ਅਸੀਂ ਕੋਸ਼ਿਸ਼ ਕਰਾਂਗੇ ਨਿਮਾਣੇ ਗੁਰੂ ਦੇ ਸਿੱਖ ਬਣ ਕੇ ਜਿਹੜੀ ਪੰਥ ਦੀ ਆਵਾਜ਼ ਹੈ ਉਹ ਦਿੱਲੀ ਦੇ ਹਰ ਸਿੱਖ ਤੱਕ ਪਹੁੰਚਾਏ। 30 ਅਕਤੂਬਰ 2016 ਨੂੰ ਦਿੱਲੀ ਸਰਕਾਰ ਨੇ ਨੌਕਰੀਆਂ ਕੱਢੀ ਸੀ ਪੰਜਾਬੀ ਤੇ ਉਰਦੂ ਦੀ। 759 ਸੀ ਪੰਜਾਬੀ ਦੀ ਤੇ 610 ਸੀ ਉਰਦੂ ਦੀ। ਅੱਜ 6 ਸਾਲ ਬੀਤਣ ਤਿਆਰ ਨੇ, ਆਟੇ ਲੂਣ ਬਰਾਬਰ ਭਰਤੀਆਂ ਨਹੀਂ ਹੋਈਆਂ, 80 ਦੇ ਕਰੀਬ ਭਰਤੀਆਂ ਹੋਈਆਂ ਨੇ। ਤੇ ਤੁਹਾਡੇ ਇੱਥੇ ਕੁਝ ਬੰਦੇ ਨੇ ਜਿਹੜਾ ਕੇਜਰੀਵਾਲ ਸਰਕਾਰ ਦੇ ਨੇੜੇ ਰਹੇ ਨੇ, ਉਹਨਾਂ ਵੱਲੋਂ ਕੋਈ ਡਾਕੂਮੈਂਟਸ ਦਿਖਾ ਦਿਓ ਜਿਹੜੀ ਉਹਨਾਂ ਦੀ ਸਰਕਾਰ ਨਾਲ ਕੋਈ ਡਾਕੂਮੈਂਟੇਸ਼ਨ ਹੋਈ ਹੋਏ। ਬਾਕੀ ਗੱਲਾਂ ਅਸੀਂ ਬਾਅਦ 'ਚ ਛੱਡ ਦਿੰਦੇ ਹਾਂ। ਜਿਹੜੇ ਸਿੱਖਾਂ ਦੇ ਨੁਮਾਇੰਦੇ ਬਣੇ ਫਿਰਦੇ, ਪੰਜਾਬੀ ਨੁਮਾਇੰਦੇ ਬਣੇ ਫਿਰਦੇ ਸੀ, ਉਹ ਵੱਡੀਆਂ ਵੱਡੀਆਂ ਸਟੇਜਾਂ 2-2000 ਬੰਦੇ ਇਕੱਠੇ ਕੇਜਰੀਵਾਲ ਨੂੰ ਕਹਿੰਦੇ ਕਿ ਵੀ ਸਾਨੂੰ ਹਮਕੋ ਇਹ ਫਿਲਮ ਟੈਕਸ ਫਰੀ ਕਰ ਦਿਓ। ਇੱਥੇ ਤੱਕ ਮੰਗਾਂ ਰਹੀਆਂ ਨੇ, ਜਿਹੜਾ ਇਸ ਮੰਗ ਦੇ ਹਾਕੀ ਰਿਹਾ ਉਹਦੀ ਖਿੱਲੀ ਉਡਾਉਂਦੇ ਰਹੇ ਨੇ ਹਰ ਥਾਂ ਤੇ। ਤੇ ਤੁਸੀਂ ਕੀ ਸਮਝਦੇ ਹੋ ਕਿਰਦਾਰ ਕਿੱਥੋਂ ਬਣਾਉਂਗੇ? ਅਸੀਂ ਕਿਰਦਾਰ ਰਾਤੋਂ ਰਾਤ ਥੋੜ੍ਹੀ ਨਾ ਬਣ ਜਾਂਦਾ। ਅਸੀਂ ਬਗੇਲ ਸਿੰਘ ਦੀਆਂ ਗੱਲਾਂ ਕਰਕੇ ਟਾਰਾਂ ਫੜੀਆਂ ਮਾਰਦੇ ਹਾਂ ਜਿਹੜੇ ਮਰਜ਼ੀ ਹੋਣ, ਤੇ ਸਾਡੇ ਗਰਾਊਂਡ ਤੇ ਰਿਐਲਿਟੀ ਕੀ ਹੈਗੀ ਹੈ? ਜ਼ਮੀਨੀ ਲੈਵਲ ਤੇ ਕੋਈ ਕੀਤਾ ਕੀ ਹੈ ਕਿਸੇ ਨੇ? ਦਿੱਲੀ ਆਫੀਸ਼ੀਅਲ ਲੈਂਗੁਏਜ ਐਕਟ ਹੈਗਾ, ਦੱਸੋ ਇੱਕ ਚਿੱਠੀ ਦਿਖਾ ਦਿਓ ਪਿਛਲੇ 6 ਸਾਲ ਕਿਸੇ ਨੇ ਇੰਪਲੀਮੈਂਟੇਸ਼ਨ ਦੀ ਉਹਦੀ ਕੋਸ਼ਿਸ਼ ਕੀਤੀ ਹੋਏ। ਵਿਧਾਨ ਸਭਾ ਦੀ ਕਾਰਵਾਈ ਦਿਖਾ ਦਿਓ ਪੰਜਾਬੀ 'ਚ, ਕਰਕੇ ਰਹਿ ਗਿਆ। ਅੱਗੇ ਕੀ ਹੋ ਸਕਦਾ? ਵੀਰੇ ਦੇਖੋ ਇਹ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਰਾਜਨੀਤੀ ਬਹੁਤ ਗੰਧਲੇ ਲੈਵਲ ਦੇ ਉੱਤੇ ਡਾਊਨ ਗਿਰ ਚੁੱਕੀ ਹੈ, ਪਰ ਮੈਂ ਕਹਿੰਦਾ ਵੀ ਸਾਡਾ ਇੱਕ ਇਤਿਹਾਸ ਵੀ ਹੈਗਾ, ਸਾਡੇ ਕੋਲ ਗੁਰਬਾਣੀ ਦਾ ਇੱਕ
ਸਬਜੈਕਟ ਆਬਜੈਕਟ ਕਹਿ ਲਓ, ਇੱਕ ਧੁਰਾ ਵੀ ਹੈਗਾ। ਇਹ ਇੰਨੇ ਗੰਦਲੇਪਨ ਨੂੰ ਕਿਸੇ ਨੂੰ ਤਾਂ ਠੀਕ ਕਰਨਾ ਹੀ ਪੈਣਾ ਨਾ। ਹੁਣ ਹੌਲੀ ਹੌਲੀ ਗੰਦਲਾਪਨ ਬਾਅਦ ਚ ਹੋਏਗਾ ਜੇਕਰ ਤੁਹਾਡੇ ਨਾਲ ਜਿਹੜੀ ਜਥੇਬੰਦੀਆਂ ਦੀ 25 ਕਹਿ ਰਹੇ ਜਾਂ 35 ਕਹਿ ਰਹੇ, ਉਹਨਾਂ ਜਿਹੜੇ ਬੰਦੇ ਹੈਗੇ ਜਿਹੜੇ ਸਰਕਾਰ ਦੇ ਜਿਹੜੇ ਰਹਿਣੇ, ਉਹਨਾਂ ਦੀ ਮੈਨੂੰ ਇੱਕ ਚਿੱਠੀ ਦਿਖਾ ਦਿਓ ਇਹਨਾਂ ਨੇ ਇਸ ਮਸਲਾ ਚੁੱਕੀ ਹੋਏ। ਵੀਰੇ ਮੈਂ ਉਹੀ ਗੱਲ ਕਹਿ ਰਿਹਾ, ਬੇਨਤੀ ਸੁਣਿਓ ਕਿ ਦੇਖੋ ਜਦੋਂ ਕੰਪੇਨ ਸਟਾਰਟ ਹੋਏਗੀ, ਮੰਨ ਲਓ ਇੱਕ ਗੱਲ ਕਰਦੇ ਹਾਂ ਕਿ ਇਸ ਕੰਪੇਨ ਨਾਲ ਅਸੀਂ 3 ਜਣੇ ਐਸੋਸੀਏਟਡ ਆ, ਸਾਡੇ ਚਿਹਰੇ ਪਬਲਿਕਲੀ ਅੱਜ ਤੁਹਾਡੀ ਪ੍ਰੈਸ 'ਚ ਆਏ ਨੇ। ਜਦੋਂ ਅਸੀਂ ਕੱਲ੍ਹ ਨੂੰ ਇਸ ਮਸਲੇ 'ਤੇ ਹੀ ਕਿਤੇ ਬੈਕਅਪ ਕਰਾਂਗੇ ਕੀ ਲੋਕ ਸਾਡੀ ਧੌਣ ਨਹੀਂ ਫੜਨਗੇ? ਜਿਹੜਾ ਬੰਦਾ ਵੀ ਪੰਥ ਦੇ ਨਾਂ 'ਤੇ ਇਸ ਧਰਤੀ 'ਤੇ ਰਹਿ ਕੇ ਆਪਣਾ ਕੁਝ ਖੱਟਦਾ, ਉਹਨੂੰ ਪੰਥ ਨੂੰ ਜਵਾਬਦੇਹ ਬਣਨਾ ਪੈਣਾ। ਇਹ ਗੱਲ ਵੱਖਰੀ ਹੈ ਕਿ ਲੰਬੇ ਸਮੇਂ ਤੋਂ ਪੰਥ ਜਿਹੜਾ ਉਹ ਪੋਲੀਟੀਕਲ ਹੱਥਾਂ ਦੇ ਵਿੱਚ ਸੀਗਾ ਤੇ ਕਿਸੇ ਦੀ ਕਿਸੇ ਪ੍ਰਤੀ ਕੋਈ ਜਵਾਬਦੇਹੀ ਨਹੀਂ ਬਣੀ, ਪਰ ਅਸੀਂ ਜਿਸ ਢੰਗ ਦੇ ਨਾਲ ਇਹ ਕੰਪੇਨ ਸੰਗਤ ਤੱਕ ਲੈ ਕੇ ਜਾ ਰਹੇ ਹਾਂ, ਹੋਰ ਮਸਲਿਆਂ ਦੇ ਉੱਤੇ ਕੰਟੀਨਿਊਸਲੀ ਦਿੱਲੀ ਦੇ ਵਿੱਚ ਕੌਮੀ ਇਕੱਤਰਤਾਵਾਂ ਕਰ ਰਹੇ ਹਾਂ ਔਰ ਹੌਲੀ ਹੌਲੀ ਸਾਰਿਆਂ ਨੂੰ ਐਸੋਸੀਏਟ ਕਰ ਰਹੇ ਹਾਂ, ਖਾਸ ਕਰਕੇ ਯੰਗ ਜਿਹੜੀਆਂ ਯੰਗਸਟਰਸ ਦੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਐਸੋਸੀਏਟ ਕਰ ਰਹੇ ਹਾਂ, ਤਾਂ ਕਿ ਜਿਹੜੇ ਪ੍ਰਬੰਧਕ ਆਗੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿਰਦਾਰ ਵਾਲੇ ਸਿੱਖ ਜਿਹੜੇ ਆ ਉਹ ਇਸ ਢਾਂਚੇ ਦੇ ਵਿੱਚ ਆਉਣ। ਸੋ ਇਸ ਕਰਕੇ ਕੋਈ ਸ਼ੱਕ ਨਹੀਂ, ਲੰਬਾ ਹੈ ਥੋੜ੍ਹਾ ਜਿਹਾ, ਪਰ ਸਾਡੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਜਾਰੀ। ਅਸੀਂ ਤਾਂ ਉਹੀ ਕਰ ਸਕਦੇ ਹਾਂ। ਅੱਗੇ ਸੰਗਤ ਨੇ ਲੀਡਰ ਪੈਦਾ ਕਰਨੇ ਆ, ਸੰਗਤ ਨੇ ਅੱਗੇ ਸੰਗਤ ਦੇ ਵਿੱਚੋਂ ਪ੍ਰਬੰਧਕ ਪੈਦਾ ਹੋਣੇ ਆ। ਜੇ ਆਉਣ ਵਾਲੀ ਪਨੀਰੀ ਦੇ ਵਿੱਚ ਅਸੀਂ ਕਿਰਦਾਰ ਘੜਨ ਦੀ ਕੋਸ਼ਿਸ਼ ਕੀਤੀ ਤਾਂ ਰਿਜ਼ਲਟ ਬਹੁਤ ਜਲਦੀ ਵਧੀਆ ਮਿਲੇਗਾ। ਮੈਂ ਬੇਨਤੀ ਕਰਾਂਗਾ ਵੀਰ ਮਨੋਜ ਸਿੰਘ ਜੀ ਦੂਹਨ, ਇਹ ਹਰਿਆਣੇ ਦੇ ਵਿੱਚ ਬਹੁਤ ਚੜ੍ਹਦੀ ਕਲਾ ਦੇ ਨਾਲ ਜਿਹੜਾ ਉਹ ਕਾਰਜ ਕਰ ਰਹੇ ਨੇ। खालसा वाहेगुरु जी की फतेह। अब जो इशू दिल्ली में चल रहा है कि एमसीडी के इलेक्शन में हमारी सिख कम्युनिटी को रिप्रेजेंटेशन नहीं दिया जा रहा, तो अगर हम लोग अंग्रेज़ों के ज़माने की बात करें, बिफोर 1947 गवर्नमेंट ऑफ इंडिया एक्ट 1935 में बना था, उसके मुताबिक 1936 में इलेक्शन हुए थे पूरे भारत में और प्रोविंशियल ऑटोनॉमी पूरे भारत में लागू हुई थी। तो यूनाइटेड पंजाब के अंदर एक प्रावधान था उस समय कि जो कम्युनिटी माइनॉरिटी में है उसे एक्स्ट्रा वेटेज मिलेगी विधानसभा के अंदर। माने किसी कम्युनिटी की आबादी अगर 10% है तो उसे वेटेज मिलेगी 5% की, तो 15% उसे विधानसभा में सीटें मिलेंगी। उसके बावजूद भी अंग्रेज़ों से हमारे ये ग्रीवेंसेस रहते थे, ये हमारी अंग्रेज़ों से शिकायत रहती थी कि आप इंडियंस को प्रॉपर रिप्रेजेंटेशन नहीं दे रहे। तो जिस वजह से अंग्रेज़ों को भगाया था इस देश से, इसलिए भगाया था क्योंकि अंग्रेज़ भारतीय लोगों को सही रिप्रेजेंटेशन नहीं दे रहे थे, जबकि अंग्रेज़ों के ज़माने में भी सिख कम्युनिटी को एक्स्ट्रा वेटेज मिल रही थी यूनाइटेड पंजाब के अंदर। और आज हालात इस तरीके के पैदा हो गए हैं कि जितनी हमारी पॉपुलेशन है सिखों की, उस सिखों की पॉपुलेशन का 1/10 भी इस बार एमसीडी के इलेक्शन में हमारी सिख कम्युनिटी को नहीं दिया जा रहा, और ये डेलिब्रेटली किया जा रहा है। जो परमपाल भाई साहब ने बात की कि उसमें हो सकता है कि हमारी कम्युनिटी की आपस का जो है हमारी भी आपस की लड़ाइयाँ हैं, लेकिन वो लड़ाइयाँ सभी कम्युनिटीज़ में हैं। वो मुस्लिम्स में भी हैं, वो हिंदुओं में भी हैं, वो क्रिश्चियंस में भी हैं। इवन क्रिश्चियंस में तो दुनिया भर के सेक्ट्स हैं, उनके कल्ट्स हैं। इसी तरीके से मुसलमानों में हैं, हिंदुओं में भी हैं। असल मुद्दा ये है कि हमारी कम्युनिटी का ये पॉलिटिकल जेनोसाइड करने की सारी पॉलिटिकल पार्टीज़ इकट्ठे रल मिल के ये पॉलिटिकल जेनोसाइड हमारी सिख कम्युनिटी का कर रही हैं। और अगर आज एमसीडी इलेक्शन में भी हमारी कम्युनिटी का रिप्रेजेंटेशन नहीं हुआ तो आगे विधानसभा में भी नहीं होगा, और दिल्ली मॉडल जो है ये पूरे भारत में लागू किया जाएगा। ये बात केवल दिल्ली तक नहीं है, ये बात फिर हरियाणा में भी जाएगी, ये बात जो है फिर धीरे धीरे पंजाब में भी जाएगी, ये बात जो है फिर एडजॉइनिंग सभी स्टेट्स में जहाँ सिख कम्युनिटी है वहाँ ये जाएगी। तो ये दिल्ली से ये सारी पॉलिटिकल पार्टीज़ ने इस मुहिम को शुरू किया है कि सिखों का रिप्रेजेंटेशन उनकी पॉपुलेशन के प्रोपोर्शनेट बहुत कम किया जाए। और अगर हम लोग इसके खिलाफ नहीं बोले, अगर हम लोगों ने इसके बरखिलाफ आवाज़ नहीं उठाई, हम लोग चुप रहे, किसी भी कारण को मानकर अगर हम लोग चुप रहे, तो मैं ऐसा मानता हूँ कि फ्यूचर के अंदर सिख जो है कोई विधानसभा के अंदर नहीं पहुँच पाएगा, और हमारी आवाज़ जो है कॉन्स्टिट्यूशनल वे में विधानसभा में, लोकसभा में हमारी आवाज़ उठाने वाला इन फ्यूचर कोई रहेगा नहीं। तो ये बहुत सीरियस कंसर्न है, जिसमें जो है भाई परमपाल सिंह जी जो पूरे पंजाब के अंदर, हरियाणा के अंदर हमारी यूनियनिस्ट सिख मिशन
हमारा जो ऑर्गेनाइजेशन है वो भी अलायंस ऑफ सिख ऑर्गेनाइजेशन आपके ऑर्गेनाइजेशन का एक पार्ट है, आपके साथ हमारा एफिलिएशन है। और सिख अवेयरनेस सोसाइटी जो दिल्ली में अवेयरनेस पैदा कर रही है, सब रल मिलकर जो है इस इशू को उठाएं कि भाई जब अंग्रेज़ों के ज़माने में भी हमारे साथ इतनी दुबात नहीं होती थी, तो आज़ाद भारत के अंदर हमारे साथ इस तरीके की दुबात और डिस्पैरिटी क्यों हो रही है सिखों के साथ।